ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨੀ ਅੰਦੋਲਨ ਦਾ ਖਾਲਿਸਤਾਨ ਨਾਲ ਕੀ ਲੈਣਾ ਦੇਣਾ, ਹਿੰਦੂ ਰਾਸ਼ਟਰ ਦਾ ਰੌਲਾ ਰੱਪਾ ਕਿਉਂ ਪੈ ਰਿਹਾ, ਇਸ ਸਭ ਦੇ ਉੱਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਦੂਜੀ ਗੱਲ ਇੱਕ ਹੋਰ ਜਿਹੜੀ ਖਾਸ ਉਹ ਇਹ ਹੈ ਕਿ ਲਗਾਤਾਰ ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਕਾਂਗਰਸ ਇਹ ਚਾਹੁੰਦੀ ਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਤੇ ਅਸੀਂ ਉਸ ਨੂੰ ਇੰਪਲੀਮੈਂਟ ਕੀਤਾ। ਹੁਣ ਤੱਕ ਜੋ ਕੁਝ ਵੀ ਲਿਆਂਦਾ ਗਿਆ ਉਸ ਦੇ ਪਿੱਛੇ ਇਹੀ ਕਿਹਾ ਗਿਆ ਕਿ ਕਾਂਗਰਸ ਸਰਕਾਰ ਵੇਲੇ ਵੀ ਇਹੀ ਕੁਝ ਕਾਂਗਰਸ ਚਾਹੁੰਦੀ ਸੀ ਤੇ ਅਸੀਂ ਉਸ ਨੂੰ ਇਨਬਿਨ ਲਿਆ ਕੇ ਸਾਹਮਣੇ ਖੜਾ ਕੀਤਾ। ਤੇ ਹੁਣ ਕਾਂਗਰਸ ਵਿਰੋਧ ਕਿਉਂ ਕਰਦੀ ਹੈ? ਕਾਂਗਰਸ ਤੇ ਬੀਜੇਪੀ ਦੇ ਵਿੱਚ ਫਰਕ ਕੀ ਹੈ? ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ, ਉਹ ਕਹਿੰਦੇ ਨੇ ਕਿ ਬੀਜੇਪੀ ਨੂੰ ਆਪਣੀ ਪਾਰਟੀ ਦਾ ਨਾਮ ਬਦਲ ਕੇ ਕਾਂਗਰਸ ਜਨਤਾ ਪਾਰਟੀ ਰੱਖ ਦੇਣਾ ਚਾਹੀਦਾ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ ਜੀ, ਧੰਨਵਾਦ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਥੋੜਾ ਇਸ ਗੱਲ ਨੂੰ ਖੋਲ ਕੇ ਦੱਸਿਓ ਕਿ ਕਿਸਾਨੀ ਅੰਦੋਲਨ ਤੇ ਖਾਲਿਸਤਾਨ, ਇਹਨਾਂ ਦੋਨਾਂ ਦਾ ਆਪਸ ਵਿੱਚ ਕੋਈ ਮੇਲ ਤਾਂ ਬਣਦਾ ਨਹੀਂ, ਪਰ ਇਸ ਵਿਚਾਲੇ ਕਿਸਾਨੀ ਅੰਦੋਲਨ ਦੇ ਵਿਚਾਲੇ ਜਦੋਂ ਗੱਲ ਕਿਸਾਨਾਂ ਦੀ ਹੋ ਰਹੀ ਹੈ, ਖੇਤੀ ਕਾਨੂੰਨਾਂ ਦੀ ਹੋ ਰਹੀ ਹੈ, ਤਾਂ ਉਦੋਂ ਖਾਲਿਸਤਾਨ ਦਾ ਮੁੱਦਾ ਕਿਉਂ ਉਭਾਰਿਆ ਗਿਆ? ਦੇਖੋ, ਇਹਦੀ ਪਿੱਛੇ ਬੈਕਗ੍ਰਾਉਂਡ ਹੈ, ਪੰਜਾਬ ਦੀ ਬੈਕਗ੍ਰਾਉਂਡ ਹੈ। ਪੰਜਾਬ ਨੂੰ ਦੇ ਉੱਤੇ ਇਸ ਕਿਸਮ ਦੇ ਦੋਸ਼ ਜਾਂ ਸਰਕਾਰ ਨੂੰ ਇਸ ਕਿਸਮ ਦੀ ਸਿਆਸਤ ਖੇਡਣ ਦੀ ਲੋੜ ਅੱਜ ਦੀ ਨਹੀਂ ਪੈਂਦੀ ਹੈ, 47 ਤੋਂ ਹੀ ਪੈ ਰਹੀ ਹੈ। ਜਦੋਂ ਵੀ 47 ਦੇ ਵਿੱਚ ਇਹ ਸ਼ੁਰੂ ਕੀਤਾ ਸੀ, ਸਿੱਖਾਂ ਨੇ ਆਪਣੇ ਕਿਹਾ ਵੀ ਸਾਨੂੰ ਆਪਣਾ ਬਣਦਾ ਸੱਤਾ ਵਿੱਚੋਂ ਹਿੱਸਾ ਦਿੱਤਾ ਜਾਵੇ, ਜੋ ਸਾਡੇ ਨਾਲ 47 ਤੋਂ ਪਹਿਲਾਂ ਦੇ ਵਾਅਦੇ ਸੀ। ਤਾਂ ਫਿਰ ਉੱਥੇ ਇਹ ਸਾਰੀ ਟਾਲ ਮਟੋਲ ਕਰਨ ਵੇਲੇ ਨਹਿਰੂ, ਗਾਂਧੀ, ਪਟੇਲ ਉਹਨਾਂ ਸਮਿਆਂ ਤੋਂ ਹੀ ਚੱਲਦਾ ਸੀ। ਤੇ ਉਹ ਇੱਥੋਂ ਤੱਕ ਹੈ ਵੀ ਜਦੋਂ ਪੰਜਾਬੀ ਸੂਬੇ ਦੇ ਮੋਰਚੇ ਤੇ ਗੱਲ ਸ਼ੁਰੂ ਹੋ ਗਈ ਤਾਂ ਉਦੋਂ ਵੀ ਸਿੱਖਾਂ ਦੇ ਬਾਰੇ, ਉਸ ਵੇਲੇ ਦੀ ਲੀਡਰਸ਼ਿਪ ਬਾਰੇ, ਮਾਸਟਰ ਤਾਰਾ ਸਿੰਘ ਬਾਰੇ ਵੀ ਇਹ ਕਿਹਾ ਜਾਂਦਾ ਸੀ ਵੀ ਇਹ ਅਸਲ ਵਿੱਚ ਇਹ ਆਪਣੇ ਆਪ ਨੂੰ ਵੱਖਰਾ ਰਾਜ ਮੰਗਦੇ ਆ, ਵੱਖਰਾ ਹੋਣਾ ਚਾਹੁੰਦੇ ਆ ਦੇਸ਼ ਤੋਂ। ਤੇ ਉਹ ਇਹ ਕਹਿੰਦੇ ਹੁੰਦੇ ਸੀ ਵੀ ਇਹ ਤੁਹਾਡਾ ਪੰਜਾਬੀ ਸੂਬੇ ਦੀ ਗੱਲਬਾਤ ਨਹੀਂ ਹੈ, ਇਹ ਤੁਹਾਡੇ, ਤੁਸੀਂ ਆਪਣੇ ਲਈ ਰਾਜ ਮੰਗਦੇ ਹੋ, ਤੁਹਾਡੀ ਸੱਤਾ ਆਪਦਾ ਵੱਖਰਾ ਰਾਜ ਮੰਗਣ ਦੀ ਗੱਲਬਾਤ ਹੈ। ਇਸ ਕਰਕੇ ਕੋਈ ਅੱਜ ਦਾ ਨਹੀਂ ਚੱਲਦਾ, ਲੰਬੇ ਸਮੇਂ ਤੋਂ ਚੱਲਦਾ ਇਹ ਸੀ ਵੀ ਕਾਂਗਰਸ ਨੇ ਜਿਹੜੀ ਗੱਲ ਸਮਝਣ ਵਾਲੀ ਹੈ, ਉਹਨਾਂ ਨੇ ਜਿਹੜੀ ਅਸੀਂ ਯੂਰਪ ਤੋਂ, ਵੈਸਟਰਨ ਕੰਟਰੀਆਂ ਤੋਂ ਡੈਮੋਕ੍ਰੇਸੀ ਇਨਹੈਰਿਟ ਕੀਤੀ ਹੈ, ਉੱਥੋਂ ਲੈ ਕੇ ਆਏ ਆ ਮਾਡਲ। ਉਹ ਮਾਡਲ ਨੇਸ਼ਨ ਸਟੇਟ ਦਾ, ਜਿਹਦੇ ਵਿੱਚ ਇੱਕ ਸਟੇਟ ਖੜੀ ਕਰਨੀ ਹੁੰਦੀ ਹੈ, ਸਟੇਟ ਇੱਕ ਪੱਕੀ ਖੜੀ ਕਰਨੀ ਹੈ। ਸਟੇਟ ਕਿਹਦੇ ਤੇ ਖੜੀ ਹੁੰਦੀ ਹੈ? ਇੱਕ ਮੈਜੋਰਿਟੀ ਕਮਿਊਨਿਟੀ ਤੇ ਖੜੀ ਹੁੰਦੀ ਹੈ, ਬਹੁ ਗਿਣਤੀ ਕਲਚਰ ਤੇ ਹੁੰਦੀ ਹੈ, ਉਹ ਬਹੁ ਗਿਣਤੀ ਲੋਕਾਂ ਤੇ ਹੁੰਦੀ ਹੈ, ਉਹਨਾਂ ਦੇ ਕਲਚਰ ਤੇ ਐਥਨੀਸਿਟੀ ਤੇ ਹੁੰਦੀ ਹੈ। ਚਲੋ, ਐਥਨੀਸਿਟੀ ਉਸ ਤਰ੍ਹਾਂ ਦੀ ਤਾਂ ਭਾਵੇਂ ਨਾ ਵੀ ਹੋਵੇ, ਪਰ ਸਾਡੇ ਬਹੁ ਗਿਣਤੀ ਇੱਥੇ ਹਿੰਦੂ ਕਲਚਰ ਤੇ ਹਿੰਦੂ ਸਭਿਅਤਾ ਹੈਗੀ ਸੀ, ਸਾਰੀ 80% ਹੈਗੇ ਆ। ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਛੋਟੇ ਮਾਈਨੋਰਿਟੀ, ਘੱਟ ਗਿਣਤੀ ਨੂੰ ਕਹੋਗੇ ਵੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਵੱਖ ਹੋਣਾ ਚਾਹੁੰਦੇ ਆ, ਤਾਂ ਉਹਦੇ ਨਾਲ ਜਿਹੜੀ ਪਾਰਟੀ ਇਹ ਗੱਲ ਨੂੰ ਪ੍ਰਚਾਰੇਗੀ, ਉਹਦੀ ਫਿਰ ਹਿੰਦੂ ਬਹੁਤ ਵੱਡੇ ਵੋਟ ਬੈਂਕ ਦੇ ਵਿੱਚ ਉਹਨਾਂ ਦੀ ਫਿਰ ਕਾਫੀ ਸ਼ਾਖ ਜੰਮ ਜਾਂਦੀ ਹੈ, ਉਹਨਾਂ ਨੂੰ ਸਪੋਰਟ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਕਾਂਗਰਸ ਨੇ ਬੜੇ ਸਹਿਜੇ ਤਰੀਕੇ ਨਾਲ ਇਸ ਨੂੰ, ਵੋਟ ਬੈਂਕ ਨੂੰ ਪੰਜਾਬ 'ਚ ਵੀ ਇਕੱਠਾ ਕੀਤਾ। ਇਸੇ ਕਰਕੇ ਪੰਜਾਬ 'ਚ ਪੰਜਾਬੀ ਸੂਬੇ ਦੀ 15-16 ਸਾਲ ਚੱਲਦੀ ਜਿਹੜੀ ਬੜੀ ਪੀਸਫੁਲ ਸਟਰਗਲ ਸੀ, ਉਸ ਵੇਲੇ ਵੀ ਇਹੀ ਹੋਇਆ ਵੀ ਸਾਡੇ ਇੱਥੇ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਸੀ, ਹਿੰਦੂ ਭਾਈਚਾਰਾ ਸੀ, ਉਹ ਕਦੇ ਪੰਜਾਬ ਦੀਆਂ ਮੰਗਾਂ ਨਾਲ ਤਾਂ ਜੁੜਿਆ ਹੀ ਨਹੀਂ, ਪੰਜਾਬੀ ਬੋਲੀ ਨਾਲ ਨਹੀਂ ਜੁੜਿਆ। ਤੇ ਉਹ ਚੁੱਪ ਕਰਕੇ ਉਹ ਬੜੇ ਆਰਾਮ ਨਾਲ ਸਰਕਾਰ ਦਿੱਲੀ ਦੀਆਂ ਗੱਲਾਂ ਕਰਦਾ ਰਿਹਾ, ਕਾਂਗਰਸ ਨਾਲ ਜੁੜਿਆ ਰਿਹਾ। ਤੇ ਇੱਥੇ ਪੰਜਾਬ ਵਿੱਚ ਦੋ ਖੇਮੇ ਬਣੇ ਰਹੇ ਪਹਿਲਾਂ ਤੋਂ ਹੀ, ਇੱਕ ਪਾਸੇ ਸਿੱਖ, ਇੱਕ ਪਾਸੇ ਦੂਜੀ ਗਿਣਤੀ ਜਿਹੜੀ ਨੌਨ ਸਿੱਖ ਗਿਣਤੀ ਸੀ। ਇਸ ਕਰਕੇ ਇਹ ਜਿਹੜੀ ਡਿਵੀਜ਼ਨ ਸੀ ਜਾਂ ਪੋਲਰਾਈਜੇਸ਼ਨ, ਅੱਜ ਦੀ ਲੈਂਗੁਏਜ ਵਿੱਚ ਕਹੀਏ, ਅੱਜ ਦੀ ਬੋਲੀ ਵਿੱਚ ਸਮਾਜ ਨੂੰ ਵੰਡ ਕੇ ਇਸ ਕਿਸਮ ਦਾ ਕਰਨਾ, ਫਿਰਕਾ ਪ੍ਰਸਤੀ ਲੈਵਲ ਤੇ ਵੰਡ ਕੇ ਕਰਨਾ, ਇਹ ਪੋਲੀਟਿਕਸ ਦਾ ਖਾਸਾ ਕਾਂਗਰਸ ਨੇ ਵੀ ਇਹ ਵਰਤਿਆ। ਉਹੀ ਕਾਂਗਰਸ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਤੇ ਕਾਫੀ ਇਹ ਫਾਰਮੂਲਾ ਟੈਸਟਡ ਫਾਰਮੂਲਾ ਲੋਕਾਂ ਨੇ ਵਰਤ ਕੇ ਦੇਖਿਆ, ਕੰਮ ਵੀ ਦਿੱਤਾ। ਇਸੇ ਚੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਿਕਲਿਆ ਸੀ, ਦਰਬਾਰ ਸਾਹਿਬ ਦਾ ਉੱਤੇ ਫੌਜੀ ਹਮਲਾ,
ਤੇ ਸਾਰੀਆਂ ਘਟਨਾਵਾਂ ਪੰਜਾਬ ਦੀ ਜਿੰਨੀ ਗੜਬੜ ਹੋਈ ਹੈ ਸਾਰੀ ਇਸੇ ਫਾਰਮੂਲੇ ਦੇ ਆਧਾਰ ਤੇ ਸੀ। ਇਸ ਕਰਕੇ ਇਹ ਡਿਵੀਜ਼ਨ ਇਹ ਕਰਨੀ ਸੀ। ਡਿਵੀਜ਼ਨ ਹੋਰ ਵੀ ਸੌਖੀ ਹੋ ਜਾਂਦੀ ਹੈ ਜੇ ਤੁਸੀਂ ਸਿੱਖਾਂ ਨੂੰ ਇੱਕ ਖਾਤੇ 'ਚ ਪਾ ਦਿਓ। ਉਹ ਖਾਤਾ ਇਹ ਹੈ ਵੀ ਇਹ ਤਾਂ ਖਾਲਿਸਤਾਨ ਮੰਗਦੇ ਆ, ਤੁਸੀਂ ਇਸ ਨੂੰ ਉਹ ਜਿਹੜਾ ਸਿੱਖਾਂ ਦੇ ਵੱਖਰਾ ਜਾਂ ਆਪਦਾ ਸੱਤਾ ਵਿੱਚੋਂ ਆਪਦਾ ਬਣਦਾ ਹਿੱਸਾ ਮੰਗਣਾ ਹੁੰਦਾ, ਉਸ ਨੂੰ ਤੁਸੀਂ ਇੱਕ ਛੋਟੇ ਜਿਹੇ ਖਾਤੇ 'ਚ ਪਾ ਦਿਓ ਜੇ ਖਾਲਿਸਤਾਨ ਮੰਗਦੇ ਆ ਜੀ, ਤਾਂ ਬੜੀ ਤੇਜ਼ੀ ਨਾਲ ਹੋ ਜਾਂਦਾ ਵੀ ਇਹ ਦੇਸ਼ ਤੋੜਦੇ ਆ। ਫਿਰ ਨਾਲ ਜੋੜ ਦਿਓ ਜੀ ਇਹ ਦੇਸ਼ ਵੀ ਤੋੜਦੇ ਆ ਤੇ ਨਾਲ ਇਹ ਇੱਥੋਂ ਦੀ ਜਮਹੂਰੀਅਤ ਦਾ ਵੀ ਵੱਡਾ ਨੁਕਸਾਨ ਕਰਦੇ ਆ। ਹੁਣ ਆਮ ਬੰਦੇ ਨੂੰ ਇਸ ਸਾਰੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ ਵੀ ਇਹ ਵੋਟ ਬੈਂਕ ਪੋਲੀਟਿਕਸ ਹੈ ਕਿ ਇਹਦੇ ਪਿੱਛੇ ਕੋਈ ਸੱਚਾਈ ਵੀ ਹੈ। ਤੇ ਛੋਟ ਘੱਟ ਗਿਣਤੀ ਦਾ ਇਸ ਕਰਕੇ ਫਿਰ ਆਪਦਾ ਉਹ ਇਹ ਗੱਲ ਨੂੰ ਕਲੀਅਰ ਨਹੀਂ ਕਰ ਸਕਦੀ। ਤੇ ਜਿਹੜੀ ਸਟੇਟ ਹੈ ਉਹਦੇ ਕੋਲੇ ਬਹੁਤ ਜ਼ਿਆਦਾ ਰਿਸੋਰਸਿਸ ਹੁੰਦੇ ਆ। ਜਿਵੇਂ 80 ਦੇ ਵਿੱਚ ਤਾਂ ਸਾਰਾ ਮੀਡੀਆ ਉਹਨਾਂ ਦੇ ਕੰਟਰੋਲ 'ਚ ਸੀ ਤੇ ਉਦੋਂ ਤਾਂ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਫੈਲਾ ਦਿੱਤਾ। ਇੱਥੋਂ ਤੱਕ ਹੈ ਵੀ ਸਾਡੇ ਕਮਿਊਨਿਸਟ ਭਰਾ ਆ ਜਿਹੜੇ ਉਹ ਵੀ ਖੱਬੇ ਪੱਖੀ ਸਿਆਸਤ ਵਾਲੇ ਲੋਕ ਵੀ ਉਸ ਗੱਡੀ ਤੇ ਸਵਾਰ ਹੋ ਗਏ, ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਆਪਸ ਵਿੱਚ ਦੀ ਵੰਡ ਆ ਵੀ ਹਾਂ ਜੀ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ। ਇਸ ਕਰਕੇ ਫਿਰ ਉਹਨਾਂ ਨੇ ਕੁਛ ਇਹ ਖਾਲਿਸਤਾਨ ਦੀ ਗੱਲ ਖੜੀ ਵੀ ਹੋ ਗਈ, ਗੁੱਸੇ 'ਚੋਂ ਖੜੀ ਹੋ ਗਈ, ਕਿਸ ਲੈਵਲ ਤੇ ਖੜੀ ਹੋ ਗਈ। ਇਹ ਦਰਬਾਰ ਸਾਹਿਬ ਉੱਤੇ ਬਹੁਤ ਉਦੋਂ ਵੱਡਾ ਸਿੱਖਾਂ ਲਈ ਧੱਕਾ ਸੀ। ਸਿੱਧੂ ਸਾਹਿਬ, ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀ ਖਾਲਿਸਤਾਨ ਦੀ ਮੰਗ ਜਾਂ ਉੱਠੀ ਜਾਂ ਇਸ ਨੂੰ ਬੜਾਵਾ ਦਿੱਤਾ ਗਿਆ, ਜਿਵੇਂ ਹੁਣ ਵੀ ਦਿੱਤਾ ਜਾ ਰਿਹਾ, ਇਹ ਇੱਕ ਸਿਆਸੀ ਸ਼ਗੂਫਾ ਛੱਡਿਆ ਗਿਆ, ਜਦਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜ਼ਮੀਨੀ ਲੈਵਲ ਦੇ ਉੱਤੇ? ਤਾਂ ਸਿਰਫ ਇੱਕ ਮਨਾਂ ਦੇ ਵਿੱਚ ਹੈ, ਇੱਕ ਵੇਗ ਉੱਠ ਖੜਦਾ ਸਮੇਂ ਦੇ ਨਾਲ ਜਦੋਂ ਕੋਈ ਸੱਟ ਵੱਜਦੀ ਹੈ। ਜਿਵੇਂ ਹੁਣ ਹੋਇਆ ਕਿ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਪਿਆ, ਉਦੋਂ ਜਦੋਂ ਗੱਲ ਹੋਈ ਸੀ ਪੰਜਾਬੀ ਸੂਬੇ ਦੀ, ਹੁਣ ਵੀ ਗੱਲ ਫਿਰ ਸੂਬਿਆਂ ਦੇ ਅਧਿਕਾਰਾਂ ਦੀ ਹੋ ਰਹੀ ਹੈ ਤੇ ਗੱਲ ਫਿਰ ਇਹਨਾਂ ਨੇ ਲਿਆ ਕੇ ਖਾਲਿਸਤਾਨ ਤੇ ਖੜੀ ਕਰਤੀ ਕਿ ਇਹ ਤਾਂ ਜੀ ਖਾਲਿਸਤਾਨ ਮੰਗਦੇ ਨੇ। ਦੇਖੋ, ਇਹਨੂੰ ਸਮਝਣ ਲਈ ਬਹੁਤ ਹੀ ਸੌਖਾ ਤਰੀਕਾ ਵੀ ਜਦੋਂ ਅਕਾਲੀ ਦਲ ਨੇ ਮੋਰਚਾ ਲੱਗਿਆ ਸੀ, ਜਿਹਨੂੰ ਧਰਮ ਯੁੱਧ ਮੋਰਚਾ ਕਹਿੰਦੇ ਆ, 4 ਅਗਸਤ 1982 ਨੂੰ ਲੱਗਿਆ ਸੀ, ਉਹਦੇ 'ਚ ਸਿੱਧਾ ਸੀ ਵੀ ਸਾਨੂੰ ਸਟੇਟਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਮੁਤਾਬਕ, ਅਨੰਦਪੁਰ ਸਾਹਿਬ ਦੇ ਮਤੇ ਮੁਤਾਬਕ। ਅਨੰਦਪੁਰ ਸਾਹਿਬ ਦਾ ਮਤਾ ਮੇਨ ਡਿਮਾਂਡ ਸੀ ਤੇ ਹੁਣ ਵੱਧ ਅਧਿਕਾਰ ਦੇਣ ਵਾਲੀ ਗੱਲ ਨੂੰ ਜਿਹੜਾ ਮੰਗੀ ਇਹਨਾਂ ਨੇ ਉਸ ਨੂੰ ਖਾਲਿਸਤਾਨ ਦਾ ਰੁਖ ਦਿੱਤਾ ਵੀ ਇਹ ਖਾਲਿਸਤਾਨ ਮੰਗਦਾ ਜੀ, ਵੱਧ ਅਧਿਕਾਰਾਂ ਦੀ ਗੱਲਬਾਤ ਹੀ ਨਹੀਂ ਹੈ। ਤੇ ਇਸ ਕਰਕੇ ਉਹ ਸਾਰੀ ਗੱਲ ਤੇ ਪਰਦਾਪੋਸ਼ੀ ਕਰਨ ਲਈ ਆਪੋਜੀਸ਼ਨ ਵੀ ਉਸੇ ਗੱਡੀ ਤੇ ਸਵਾਰ ਹੋ ਗਈ। ਆਪੋਜੀਸ਼ਨ ਵੀ ਸਾਰੀ ਉਸ ਜਿਹੜਾ ਨੈਸ਼ਨਲਿਜ਼ਮ ਦਾ ਜਿਹੜਾ ਇੱਕ ਸਾਰਾ ਚੱਲਦਾ ਮੁਹਾਵਰਾ ਈਡੀਅਮ ਚੱਲਦਾ ਹੈ, ਉਸ ਨੈਸ਼ਨਲਿਜ਼ਮ ਦੇ ਈਡੀਅਮ ਵਿੱਚ ਉਹ ਵੀ ਸਵਾਰ ਹੋ ਗਏ ਸਾਰੇ, ਕਿਉਂਕਿ ਨੈਸ਼ਨਲਿਜ਼ਮ ਵੋਟਾਂ ਉਹਨਾਂ ਨੇ ਵੀ ਬਹੁਤ ਗਿਣਤੀ ਹਿੰਦੂ ਸਮਾਜ ਤੋਂ ਹੀ ਲੈਣੀਆਂ, ਇੱਥੇ ਬਹੁਤ ਗਿਣਤੀ ਉਹਨਾਂ ਦੀ ਹੈ। ਇਸ ਕਰਕੇ ਨਾ ਆਪੋਜੀਸ਼ਨ ਵੀ ਸਿੱਖਾਂ ਦੀ ਸਪੋਰਟ 'ਚ ਰਹੀ ਉਸ ਸਮੇਂ, ਕਾਂਗਰਸ ਵੀ ਰੂਲਿੰਗ ਸੀ ਨਹੀਂ ਰਹੀ। ਉਹੀ ਜਿਹੜਾ ਫਰੇਮਵਰਕ ਹੈ, ਉਹੀ ਜਿਹੜਾ ਉਸੇ ਕਿਸਮ ਦਾ ਫਾਰਮੂਲਾ ਹੈ, ਉਹ ਹੁਣ ਤੱਕ ਚੱਲਿਆ ਆ ਰਿਹਾ। ਹੁਣ ਜਦੋਂ ਕਿਸਾਨਾਂ ਨੇ ਇੱਥੇ ਬਹੁਤ ਵੱਡੀ ਮੂਵਮੈਂਟ ਖੜੀ ਕਰਤੀ ਕਿਸਾਨੀ ਦੇ ਮੰਗਾਂ ਉੱਤੇ, ਐਡੀ ਕਿਸੇ ਨੇ ਉਮੀਦ ਹੀ ਨਹੀਂ ਸੀ ਕੀਤੀ ਇਸ ਪੱਧਰ ਉੱਤੇ ਕੋਈ ਇਸ ਕਿਸਮ ਦਾ ਲੋਕ ਆਵਾਰ ਜਨ ਆਵਾਰ ਇਹ ਖੜਾ ਹੋ ਜਾਏਗਾ। ਹੁਣ ਉਹਨਾਂ ਨੂੰ ਤੋੜਨ ਲਈ ਉਹੀ ਪੁਰਾਣੇ ਫਾਰਮੂਲੇ ਵਰਤਣ ਦੀ ਕੋਸ਼ਿਸ਼ ਕੀਤੀ, ਇਹ ਵੀ ਫਾਰਮੂਲਾ ਵਰਤਿਆ। ਫਿਰ ਦੂਜਾ ਫਾਰਮੂਲਾ ਉਹਨਾਂ ਨੇ ਅਰਬਨ ਨਕਸਲ, ਸ਼ਹਿਰੀ ਨਕਸਲਵਾੜੀ, ਇਹ ਫਾਰਮੂਲਾ ਵੀ ਵਰਤਿਆ, ਕਿਉਂਕਿ ਇਹਦੇ ਥੱਲੇ ਉਹ ਪਹਿਲਾਂ ਹੀ ਉਹ ਘਰਾਓ ਕਰੀ ਬੈਠੇ ਸੀ। ਕੁਛ ਅੰਦਰ ਜੇਲ੍ਹਾਂ ਵਿੱਚ ਕਈ ਲੋਕਾਂ ਨੂੰ, ਕਈ ਵਕੀਲਾਂ ਨੂੰ, ਵੱਡੇ ਐਕਟਿਵਿਸਟ ਹੈ ਜਿਹੜੇ, ਉਹਨਾਂ ਨੂੰ ਅੰਦਰ ਕਰੀ ਬੈਠੇ ਸੀ। ਇਹ ਦੋਨੋਂ ਫਾਰਮੂਲੇ ਨਹੀਂ ਚੱਲੇ। ਚਲੋ ਅਰਬਨ ਨਕਸਲ ਵਾਲੇ ਨੂੰ ਉਹਨਾਂ ਨੇ ਬਹੁਤਾ ਨਹੀਂ ਕਿਹਾ ਕਿਉਂਕਿ ਉਹ ਚੱਲਿਆ ਨਹੀਂ ਸਾਰੇ ਦੇਸ਼ ਦੇ ਵਿੱਚ, ਕਿਉਂਕਿ ਅਰਬਨ ਨਕਸਲ ਵੀ ਹਿੰਦੂਆਂ ਚੋਂ ਹੀ ਹੈ। ਉਹ ਸਾਰੇ ਬਹੁਤੇ ਜਿਨ੍ਹਾਂ ਨੂੰ ਗਿਣਦੇ ਸੀ ਜਿਹੜੇ ਹੁਣ ਜੇਲ੍ਹਾਂ 'ਚ ਬੈਠੇ ਆ, ਤੇ ਉਹਨਾਂ ਉੱਤੇ ਇਹ ਗੱਲ ਬਹੁਤੀ ਖੜੀ ਨਹੀਂ ਹੁੰਦੀ। ਔਰ ਸਿੱਖ ਹੈ ਥੋੜੇ ਜਿਹੇ, ਉਹਨਾਂ ਉੱਤੇ ਗੱਲ ਛੇਤੀ ਖੜੀ ਹੋ ਜਾਂਦੀ ਹੈ। ਪੱਗ ਉਹਨਾਂ ਦੀ, ਵੇਸ਼ਭੂਸ਼ਾ ਉਹਨਾਂ ਦਾ, ਬਿਲਕੁਲ ਉਹਨਾਂ ਦਾ। ਇਸ ਕਰਕੇ ਇਹ ਖਾਲਿਸਤਾਨ ਵਾਲੀ ਗੱਲ ਨੂੰ ਲਗਾਤਾਰ ਵਰਤਦੇ ਰਹੇ ਆ। ਫਿਰ ਮੁੜ ਕੇ ਕੁਛ ਬਾਹਰੋਂ ਵੀ ਇਸ ਕਿਸਮ ਦੀਆਂ ਆਵਾਜ਼ਾਂ ਜਿਹੜੀਆਂ ਆਉਂਦੀਆਂ, ਉਸ ਨਾਲ ਵੀ ਫਿਰ ਵਰਤਣਾ ਕਈ ਵਾਰੀ ਸੌਖਾ ਹੋ ਜਾਂਦਾ ਇਹ ਫਾਰਮੂਲਾ ਵਰਤਣਾ। ਤੇ ਇਸ ਕਰਕੇ ਸਾਰਾ ਕੁਛ ਇਹਦੇ ਵਿੱਚ ਇਹਨਾਂ ਨੇ ਕਿਸਾਨ ਮੂਵਮੈਂਟਾਂ ਨੂੰ ਹੁਣ ਵੀ, ਜਿਵੇਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨੂੰ ਬਿਲਕੁਲ ਹੀ ਖਤਮ ਕਰਤਾ ਸੀ ਵੀ ਕਿੱਧਰ ਗਈ, ਹੁਣ ਤੱਕ ਵੀ ਨਹੀਂ ਸੁਣਿਆ ਕਿਸੇ ਨੇ ਵੀ ਉਹ ਕਿੱਥੇ ਗਿਆ।
ਜਦੋਂ 84 ਦੇ ਜੂਨ 84 ਤੋਂ ਬਾਅਦ ਅਨੰਦਪੁਰ ਸਾਹਿਬ ਦਾ ਮਤਾ ਕਿੱਥੇ ਆ? ਸਾਡੀਆਂ ਪਾਰਟੀਆਂ ਵੀ ਛੱਡ ਗਈਆਂ ਤੇ ਅਕਾਲੀ ਦਲ ਵੀ ਛੱਡ ਗਿਆ। ਇਸੇ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਇਹ ਆ ਵੀ ਹੁਣ ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਭੁਲਾਤਾ ਸੀ, ਇਸੇ ਤਰੀਕੇ ਨਾਲ ਕਿਸਾਨੀ ਮੰਗਾਂ ਨੂੰ ਭੁਲਾ ਕੇ ਖਾਲਿਸਤਾਨ ਜਾਂ ਸਿੱਖ ਜਿਹੜਾ ਯੂਥ ਹੈ, ਜਿਹੜਾ ਸਿੱਖ ਨੌਜਵਾਨ ਸਿੱਖ ਆ, ਉਹ ਭਾਵਨਾਵਾਂ ਉਹਦੀ ਲਾਲ ਕਿਲੇ ਤੇ ਝੰਡਾ ਚੜਾਉਣ ਤੱਕ, ਨਿਸ਼ਾਨ ਸਾਹਿਬ ਖੜਾ ਕਰਨ ਤੱਕ, ਇਸ ਕਿਸਮ ਦੇ ਜਿਹੜੇ ਇਸ ਕਿਸਮ ਦੇ ਭਾਵਕ ਨਾਰੇ ਆ ਉਹ ਖੜੇ ਕਰਨ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਨਾਲ ਕੁਝ ਫਰਕ ਵੀ ਪਿਆ, ਲੋਕਾਂ ਤੇ ਅਸਰ ਵੀ ਹੁੰਦਾ। ਅਸਰ ਘੱਟ ਵੱਧ ਇਹ ਜ਼ਰੂਰ ਹੁੰਦਾ ਵੀ ਮੂਵਮੈਂਟ ਨੂੰ ਕੇਰਾਂ ਢਾਹ ਲੱਗੀ ਹੈ ਕਿਸਾਨੀ ਮੂਵਮੈਂਟ ਨੂੰ। ਜਦੋਂ ਤੁਸੀਂ ਜਿਹੜੀਆਂ ਮੰਗਾਂ ਤੇ ਲੱਗੇ ਉਹ ਮੰਗਾਂ ਹੀ ਪਾਸੇ ਹਟ ਜਾਣ, ਹੋਰ ਮਸਲੇ ਹੀ ਖੜੇ ਹੋ ਜਾਣ, ਉਹ ਭਾਵਕ ਮਸਲੇ ਖੜੇ ਕੀਤੇ ਗਏ। ਉਹਦਾ ਨੁਕਸਾਨ ਵੀ ਥੋੜਾ ਜਿਹਾ ਹੋਇਆ, ਪਰ ਹੁਣ ਕਾਫੀ ਸੰਭਲ ਗਏ ਸਾਰਾ। ਇਸੇ ਕਰਕੇ ਇਹ ਪਿਛਲੇ ਟਰਾਈਡ ਫਾਰਮੂਲੇ ਜਿਹੜੇ ਹੰਢੇ ਵਰਤੇ ਫਾਰਮੂਲੇ ਸੀ ਉਹ ਵਰਤੀ ਜਾ ਰਹੇ ਆ। ਇਸ ਕਰਕੇ ਸਾਨੂੰ ਹੁਣ ਸਿੱਖਾਂ ਨੂੰ ਚਾਹੀਦਾ, ਸਾਨੂੰ ਇਸ ਕਰਕੇ ਜਿਹੜੇ ਸਾਡੇ ਜੋ ਬਹੁਤ ਸਿਆਣੇ ਆ ਸਿੱਖਾਂ 'ਚ ਬੰਦੇ, ਉਹਨਾਂ ਨੂੰ ਚਾਹੀਦਾ ਵੀ ਇਹ ਫਾਰਮੂਲੇ ਦੁਆਰਾ ਸਰਕਾਰਾਂ ਨੂੰ ਵਰਤਣ ਨਾ ਦੇਣ। ਸਾਨੂੰ ਆਪ ਸਿਆਣੇ ਹੋਣੇ ਚਾਹੀਦੇ। ਸਾਡਾ ਜਿਵੇਂ ਹੁਣ ਅਸੀਂ ਸਾਰੇ ਇਸ ਏਜ ਦੇ ਬੰਦੇ, ਅਸੀਂ ਤਾਂ ਹੁਣ ਉਹ ਸਾਰਾ ਪਹਿਲਾ ਫਾਰਮੂਲਾ ਵਰਤਿਆ ਦੇਖਿਆ, ਉਹਦੀ ਰਿਪੋਰਟਿੰਗ ਕੀਤੀ ਹੈ ਦਰਬਾਰ ਸਾਹਿਬ 'ਚ, ਉਹ ਸਾਡੇ ਸਾਹਮਣੇ ਵਰਤਿਆ ਜਾ ਰਿਹਾ ਹੁੰਦਾ ਸੀ। ਤੇ ਇਹ ਹੁਣ ਅਸੀਂ ਨੌਜਵਾਨਾਂ ਨੂੰ ਤਾਂ ਕੁਛ ਨਹੀਂ ਕਹਿ ਸਕਦੇ, ਪਰ ਭਾਵਨਾ ਜੀ ਨੌਜਵਾਨਾਂ ਦੀ ਭਾਵਨਾ, ਇਸ ਕਹਿਣ ਉੱਤੇ ਸਾਨੂੰ ਮੈਂ ਤਾਂ ਇਹੀ ਉਮੀਦ ਕਰਦਾ ਹੁੰਦਾ ਵੀ ਸਾਡਾ ਜਿਹੜੀ ਉਹ ਪੀੜ੍ਹੀ ਹੈ ਹਜੇ ਤੱਕ ਜਿਹਨੇ ਸਾਰਾ ਕੁਝ ਦੇਖਿਆ, ਉਹ ਨੌਜਵਾਨਾਂ ਨੂੰ ਵੀ ਸਮਝਾਉਣ ਥੋੜਾ ਜਿਹਾ ਵੀ ਇਹ ਫਾਰਮੂਲੇ ਅਸੀਂ ਦੁਬਾਰਾ ਵਰਤਣ ਨਹੀਂ ਦੇਣੇ। ਜੀ ਬਿਲਕੁਲ। ਸਿੱਧੂ ਸਾਹਿਬ ਥੋੜਾ ਇੱਕ ਹੋਰ ਦੱਸਿਓ, ਜਦੋਂ ਤੁਸੀਂ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋ, ਨੌਜਵਾਨ ਭਾਵੁਕਤਾ ਚਾਹੁੰਦੇ ਨੇ ਤਾਂ ਤਿਰੰਗੇ ਦੇ ਨਾਲ ਜਿਹੜਾ ਉੱਥੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ। ਉਸ ਤੋਂ ਬਾਅਦ ਰਾਸ਼ਟਰਵਾਦ ਦਾ ਰਾਗ ਅਲਾਪਿਆ ਜਾਂਦਾ ਹੈ, ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੂੰ ਵੀ ਫਿਰ ਬੋਲਣ ਦਾ ਮੌਕਾ ਮਿਲ ਜਾਂਦਾ ਹੈ। ਉਹ ਬੀਜੇਪੀ ਨੂੰ ਘੇਰਨ ਦੀ ਬਜਾਏ ਉਹ ਵੀ ਉਸ ਪਾਸੇ ਹੋ ਜਾਂਦੀਆਂ ਕਿ ਬਿਲਕੁਲ ਗੱਲ ਹੈ ਕਿ ਗੱਲ ਤਿਰੰਗੇ ਦੀ ਸੀ, ਤਿਰੰਗੇ ਦਾ ਅਪਮਾਨ ਹੋਇਆ। ਹਾਲਾਂਕਿ ਉੱਥੇ ਇਹੋ ਜਿਹਾ ਕੁਝ ਨਹੀਂ ਹੋਇਆ, ਨਾ ਹੀ ਕੋਈ ਖਾਲਿਸਤਾਨ ਦਾ ਝੰਡਾ ਚਲਾਇਆ ਗਿਆ। ਪਰ ਤੁਸੀਂ ਉਹਨਾਂ ਨੌਜਵਾਨਾਂ ਦੀ ਸੋਚ ਦੇ ਵਿੱਚ ਖਾਲਿਸਤਾਨ ਨੂੰ ਕਿਵੇਂ ਦੇਖਦੇ ਹੋ, ਕਿਸ ਸੰਦਰਭ ਵਿੱਚ ਦੇਖਦੇ ਹੋ? ਇਹ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਵਾਨੀ ਹੈ ਉਹਦੇ ਵਿੱਚ ਇਹ ਗੱਲ ਬੜਾ ਛੇਤੀ ਮਤਲਬ ਕਿ ਘਰ ਕਰਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਕਿ ਖਾਲਿਸਤਾਨ ਚਾਹੀਦਾ, ਬਸ ਖਾਲਿਸਤਾਨ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਖਾਲਿਸਤਾਨ ਦੀ ਲੋੜ ਹੈਗੀ ਹੈ ਇਹੋ ਜਿਹੇ ਮਾਮਲੇ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਹਰ ਫਿਰਕੇ ਦਾ ਜਿਹੜਾ ਬਸ਼ਿੰਦਾ ਰਹਿੰਦਾ ਆ, ਹਰ ਧਰਮ ਦੇ ਲੋਕ ਰਹਿੰਦੇ ਨੇ, ਤਾਂ ਸਾਨੂੰ ਖਾਲਿਸਤਾਨ ਦੀ ਆਵਾਜ਼ ਕਿਉਂ ਉੱਠਣ ਲੱਗ ਜਾਂਦੀ ਹੈ? ਦੇਖੋ, ਖਾਲਿਸਤਾਨ ਦੀ ਆਵਾਜ਼ ਤਾਂ ਕਈ ਵਾਰੀ ਉੱਠਦੀ ਹੈ ਤੇ ਕਈ ਵਾਰੀ ਇਸ ਉੱਤੇ ਗੱਲ ਨੌਜਵਾਨਾਂ ਨੂੰ ਕਾਫੀ ਭਾਵ ਪਿੱਛੇ ਵੀ ਲੱਗ ਸਕਦੇ ਆ ਔਰ ਜੋਸ਼ 'ਚ ਵੀ ਆ ਜਾਂਦੇ ਆ, ਸਪੋਰਟ ਵੀ ਬਣਦੀ ਹੈ ਕਈ ਬੰਦਿਆਂ ਦੀ, ਕਈ ਤਾਂ ਜਾਣਬੁੱਝ ਕੇ ਵੀ ਲਾ ਦਿੰਦੇ ਆ, ਤੇ ਇਹ ਵੀ ਹੈ। ਪਰ ਦੇਖੋ, ਇਹ ਖਾਲਿਸਤਾਨ ਮੰਗਣ ਵਾਲਾ ਇੱਕ ਹਿੱਸਾ ਰਹੂਗਾ ਹੀ ਪੰਜਾਬ ਦੇ ਵਿੱਚ, ਸਿੱਖਾਂ 'ਚ ਵੀ ਰਹੂਗਾ। ਅਸੀਂ ਉਹ ਖਾਲਿਸਤਾਨ ਨੂੰ ਮੰਗਣਾ ਠੀਕ ਹੈ ਜਾਂ ਗਲਤ ਹੈ, ਇਹਦੇ ਵਿੱਚ ਮੈਂ ਨਹੀਂ ਜਾਂਦਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਇਸ ਮੌਕੇ ਦੀ ਜਿਹੜੀ ਪੋਲੀਟਿਕਸ ਹੈ, ਉਸ ਮੌਕੇ ਦੀ ਪੋਲੀਟਿਕਸ ਜਿਵੇਂ ਤੁਸੀਂ ਮੋਟੇ ਲੈਵਲ ਤੇ ਦੇਖ ਲਓ ਵੀ 26 ਜਨਵਰੀ ਨੂੰ ਜਦੋਂ ਲਾਲ ਕਿਲੇ ਦੇ ਵਿੱਚ ਨਿਸ਼ਾਨ ਸਾਹਿਬ ਚੜਾਇਆ, ਲਾਲ ਕਿਲੇ ਵਿੱਚ ਜਾਣਾ ਵੀ ਕੋਈ ਗੱਲ, ਉਸ ਕਿਸਮ ਦਾ ਝੰਡਾ ਨਿਸ਼ਾਨ ਸਾਹਿਬ ਉੱਥੇ ਚੜਾਉਣਾ ਗਲਤ ਨਹੀਂ ਸੀਗਾ। ਉਹ ਨਿਸ਼ਾਨ ਸਾਹਿਬ ਹੈ, ਖਾਲਿਸਤਾਨ ਨਹੀਂ ਹੈ। ਨਿਸ਼ਾਨ ਸਾਹਿਬ ਉੱਥੇ 2014 ਤੋਂ ਚੜ ਰਿਹਾ ਲਗਾਤਾਰ, ਤੇ ਜਦੋਂ ਵੀ ਇਹ ਬਰਸੀ ਅਸੀਂ ਹਰ ਸਾਲ ਮਨਾਉਣੇ ਆ ਲਾਲ ਕਿਲੇ ਵਿੱਚ, ਜਦੋਂ ਆਪਣੇ ਪਹਿਲੇ ਸਿੰਘ ਗਏ ਸੀ ਉਸ ਵੇਲੇ ਦੀ ਅਸੀਂ ਬਰਸੀ ਮਨਾ ਰਹੇ ਹਾਂ, ਤੇ ਉਹ ਇਹ ਹਰ ਸਾਲ ਚੜ੍ਹਦਾ ਹੈਗਾ, ਕਿਸੇ ਕੋਲ ਨਵੀਂ ਗੱਲ ਨਹੀਂ ਹੋਈ ਨਿਸ਼ਾਨ ਸਾਹਿਬ ਦਾ ਉੱਥੇ ਆਉਣਾ। ਤੇ ਨਿਸ਼ਾਨ ਸਾਹਿਬ ਦੇ ਨੂੰ ਚੜਾਉਣਾ ਖਾਲਿਸਤਾਨ ਨਹੀਂ ਹੈ, ਨਿਸ਼ਾਨ ਸਾਹਿਬ ਕੋਈ ਚੜਾਉਣਾ ਗਲਤ ਨਹੀਂ। ਪਰ ਸਵਾਲ ਇੱਕ ਹੈ, ਜਿਹੜਾ ਸਾਡੇ ਪੜ੍ਹੇ ਲਿਖੇ ਤੇ ਸੁਹਿਰਦ ਜਿਹੜੇ ਚਾਹੁੰਦੇ ਆ ਕਿ ਗਰੀਬ ਕਿਸਾਨੀ ਦਾ ਕੋਈ ਨੁਕਸਾਨ ਨਾ ਹੋਵੇ, ਫਾਇਦਾ ਹੋਵੇ, ਮੰਗਾਂ ਇਹ ਕਾਨੂੰਨ ਵਾਪਸ ਹੋਣ, ਜਿਨ੍ਹਾਂ ਦੀ ਮਾੜੀ ਮੋਟੀ ਵੀ ਸੁਹਿਰਦਤਾ ਗਰੀਬ ਕਿਸਾਨਾਂ ਨਾਲ ਹੈ, ਸਿੱਖ ਕਿਸਾਨਾਂ ਨਾਲ ਗਰੀਬ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਕੋਈ ਗਲਤ ਕੰਮ ਨਹੀਂ ਹੋਇਆ। ਪਰ ਗਲਤ ਕੀ ਹੋਇਆ? ਗਲਤ ਇਹ ਹੋਇਆ ਵੀ ਪੋਲੀਟੀਕਲੀ ਇਹ ਗਲਤ ਹੈ, ਸਿਆਸੀ ਲੈਵਲ ਉੱਤੇ ਗਲਤ ਹੈ। ਉਸ ਦਿਨ ਜਾਣਾ ਉਂਝ ਨਹੀਂ ਹੈ ਸਾਰੀ ਗੱਲ, ਉਸ ਨਾਲ ਜੋੜ ਕੇ ਜਾਣਾ। ਟਰੈਕਟਰ ਰੈਲੀ ਕਿਸਾਨਾਂ ਨੇ ਕੱਢੀ ਸੀ, ਉਸ ਦਿਨ ਉਹਦੇ ਨਾਲ ਜੋੜ ਕੇ ਜਾਣਾ, ਇਹ ਸਿਆਸੀ ਲੈਵਲ ਤੇ ਇਹਦੇ ਜਿਹੜੇ ਮਾਇਨੇ ਆ ਉਹ ਗਲਤ ਗਏ ਆ।
ਗਲਤ ਜਾਂਦੇ ਆ। ਬਾਕੀ ਕੰਮ ਨਹੀਂ ਗਲਤ ਕੋਈ ਅਸੀਂ ਕਹਿ ਦਈਏ ਉਹ ਬੜਾ ਗਲਤ ਗੱਲ ਹੋਇਆ। ਨਿਸ਼ਾਨ ਸਾਹਿਬ ਦੇ ਤਾਂ ਅਸੀਂ ਸਾਰੇ ਇੱਜ਼ਤ ਕਰਦੇ ਆ। ਨਿਸ਼ਾਨ ਸਾਹਿਬ ਦਾ ਰਿਸਪੈਕਟ ਹੈ ਸਾਡੇ 'ਚ। ਸਾਡੇ ਹਰ ਗੁਰਦੁਆਰੇ ਤੇ ਨਿਸ਼ਾਨ ਸਾਹਿਬ ਚੜਿਆ ਹੋਇਆ, ਅਸੀਂ ਉਹਦੀ ਰਾਖੀ ਵੀ ਕਰਦੇ ਆ। ਇਸ ਕਰਕੇ ਨਿਸ਼ਾਨ ਸਾਹਿਬ ਨੂੰ ਚੜਾਉਣਾ, ਉਹਦੇ ਲਈ ਫਿਰ ਮਤਲਬ ਕਿ ਵੀ ਕੁਰਬਾਨੀਆਂ ਵੀ ਦੇਣੀਆਂ ਹੁੰਦੀਆਂ, ਉਹਨੂੰ ਕਾਇਮ ਵੀ ਰੱਖਣਾ ਹੁੰਦਾ। ਤੇ ਇਸ ਕਰਕੇ ਅਸੀਂ ਨਿਸ਼ਾਨ ਸਾਹਿਬ ਨੂੰ ਐ ਕੋਈ ਨਿੱਕੀ ਜਿਹੀ ਛੋਟੀ ਜਿਹੀ ਐਕਸਰਸਾਈਜ਼ ਕਰਕੇ ਨਹੀਂ ਵੀ ਚੜਾਏ ਵਾਪਸ ਆ ਗਏ, ਇਹ ਗੱਲ ਨਹੀਂ ਹੈ। ਫਿਰ ਤੁਹਾਨੂੰ ਪਹਿਰਾ ਦੇਣਾ ਪੈਂਦਾ ਜਿਹੜੀ ਸਾਰੀ ਗੱਲ ਤੇ ਖੜਨਾ ਹੋਵੇ। ਇਸ ਕਰਕੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਸ ਗੱਲ ਨੂੰ ਵੀ ਨਿਸ਼ਾਨ ਸਾਹਿਬ ਉੱਥੇ ਉਸ ਦਿਨ ਚੜਾਉਣਾ, ਉਸ ਪਰੇਡ ਚੋਂ ਮਾਰਚ ਚੋਂ ਟਰੈਕਟਰ ਮਾਰਚ ਚੋਂ ਬਾਹਰ ਜਾ ਕੇ ਜਾਣਾ, ਸਿਆਸੀ ਲੈਵਲ ਉੱਤੇ ਸਿੱਖਾਂ ਲਈ ਉਹ ਫਾਇਦੇਮੰਦ ਨਹੀਂ ਸੀ, ਨੁਕਸਾਨ ਕਰ ਗਿਆ, ਸਿੱਖਾਂ ਦਾ ਵੀ ਕਰ ਗਿਆ। ਅਸੀਂ ਜਥੇਬੰਦੀਆਂ ਦਾ ਨਹੀਂ ਕਹਿੰਦੇ ਕਿਸਾਨ ਜਥੇਬੰਦੀਆਂ ਦਾ ਨੁਕਸਾਨ ਹੋਇਆ ਜਾਂ ਉਹ ਕਮਿਊਨਿਸਟ ਹੈ ਜੀ ਉਹ ਇਹਦੇ ਹੱਕ 'ਚ ਨਹੀਂ, ਇਹ ਸਾਰੀ ਗੱਲ ਪਾਸੇ ਦੀ ਆ। ਸਵਾਲ ਹੈ ਸਿੱਖਾਂ ਦਾ ਅਕਸ਼ ਆਪਣੇ ਆਪ ਵਿੱਚ ਬਹੁਤ ਵੱਡਾ ਉਹਨਾਂ ਨੂੰ ਦੀ ਪ੍ਰਾਪਤੀ ਹੋਈ। ਅਕਸ਼ ਇੱਥੋਂ ਤੱਕ ਹੋ ਗਿਆ, ਅੰਗਰੇਜ਼ੀ 'ਚ ਅਸੀਂ ਬਾਈ ਪ੍ਰੋਡਕਟ ਕਹਿੰਦੇ ਆ ਵੀ ਕਿਸੇ ਨੇ ਕਿਸਾਨੀ ਮੂਵਮੈਂਟ ਖੜੀ ਕੀਤੀ, ਕਿਸਾਨ ਲੀਡਰਾਂ ਨੇ ਜਿਹਦੇ 'ਚ ਲੈਫਟ ਜਾਂ ਦੂਜੇ ਸੀਗੇ, ਉਹ ਕਿਸਾਨੀ ਮੂਵਮੈਂਟ ਨੂੰ ਇੱਥੋਂ ਤੱਕ ਲੈ ਆਏ। ਉਹਦੇ ਵਿੱਚ ਫਾਇਦਾ ਕਿਹਨੂੰ ਮਿਲਿਆ? ਸਿੱਖੀ ਨੂੰ। ਲੋਕਾਂ ਨੇ ਤਾਂ ਸਿੱਖੀ ਦੇ ਜਿਹੜੇ ਸਿੱਖੀ ਲੰਗਰ ਲੱਗੇ, ਸਿੱਖਾਂ ਦਾ ਜਿਹੜਾ ਸਾਰਾ ਮਾਹੌਲ ਸੀ ਸਾਰਾ, ਜਾਂ ਸਿੱਖਾਂ ਨੇ ਅਗਵਾਈ ਕੀਤੀ ਕਿਸਾਨਾਂ ਦੀ, ਸਾਰੇ ਪੰਜਾਬ ਨੇ ਅਗਵਾਈ ਕੀਤੀ, ਉਹਦੇ ਵਿੱਚੋਂ ਸਾਨੂੰ ਬਿਨਾਂ ਕੁਝ ਕੀਤੇ ਵੀ ਬਹੁਤ ਵੱਡੀ ਸਾਨੂੰ ਫਿਰ ਦੁਨੀਆ ਸਾਰੀ ਵਿੱਚ ਇਹਦਾ ਹਲਾਰਾ ਮਿਲਿਆ, ਹੁੰਗਾਰਾ ਮਿਲਿਆ, ਲੋਕ ਸਾਡੇ ਪਿੱਛੇ ਆਏ, ਤਾਂ ਨੁਕਸਾਨ ਸਾਡਾ ਹੀ ਹੋਇਆ ਤੇ ਸਿੱਖਾਂ ਦਾ ਹੋਇਆ। ਉਧਰ ਜਿਹੜੇ ਹੋਈਏ ਜੇ ਥੋੜਾ ਕਲਾ ਹੋਇਆ, ਕਿਸਾਨੀ ਤਾਂ ਲੜੀ ਜਾਂਦੀ ਆ 30-40 ਸਾਲ ਤੋਂ ਇਹਨਾਂ ਮੰਗਾਂ ਤੇ, ਉਹ ਜਿੱਤ ਜਾਏਗੀ, ਕਿੰਨਾ ਕੁ ਜਿੱਤ ਜਾਏਗੀ, ਕਿੰਨਾ ਕੁ ਲੈ ਆਉਣਗੇ, ਇਹ ਵੱਖਰੀ ਗੱਲ ਹੈ। ਇਹ ਕਿਉਂਕਿ ਇਹ ਲੜਾਈ ਐਡੀ ਲੰਬੀ ਹੈ, ਇਹ ਨਿਊ ਲਿਬਰਲਿਜ਼ਮ ਦੇ ਖਿਲਾਫ, ਬਿਗ ਕੈਪੀਟਲ ਦੇ ਖਿਲਾਫ, ਕਾਰਪੋਰੇਟ ਜਿਹੜਾ ਸਟਰਕਚਰ ਹੈ ਜਿਹੜਾ ਅੱਜ ਕੱਲ ਇਕਨੋਮੀ ਦਾ ਸਾਰੇ ਵਰਲਡ ਲੈਵਲ ਤੇ, ਉਹ ਅਮਰੀਕਾ ਕੈਨੇਡਾ ਜਿਹਨੂੰ ਲੀਡ ਕਰਦੇ ਆ, ਉਹਦੇ ਵਿਰੁੱਧ ਲੜਾਈ ਕੋਈ ਇੱਕ ਦਿਨ ਦੀ ਲੜਾਈ ਥੋੜਾ ਇਹ। ਬਿਲਕੁਲ, ਇਹ ਤਾਂ ਲਗਾਤਾਰ ਲੜਾਈ ਚੱਲਣੀ ਹੈ। ਇਹਦੇ 'ਚ ਕਿੰਨੀ ਕਾਮਯਾਬੀ ਬਿੱਲ ਵਾਪਸ ਕਰੇ ਤੋਂ ਬਾਅਦ ਵੀ ਹੁੰਦੀ ਹੈ ਕਿ ਨਹੀਂ ਹੁੰਦੀ, ਇਹਦੇ 'ਚ ਵੀ ਹਜੇ ਬਹੁਤ ਵੱਡੇ ਸਵਾਲ ਲਟਕ ਰਹੇ ਹਵਾ ਦੇ ਵਿੱਚ। ਤੇ ਇਸ ਕਰਕੇ ਸਾਡਾ ਸਿੱਖੀ ਨੂੰ 30-35 ਸਾਲ ਬਾਅਦ ਐਡਾ ਵੱਡਾ ਹੰਗਾਰਾ ਮਿਲਿਆ, ਐਡੀ ਉਹਨਾਂ ਦੀ ਆਪਣੇ ਆਪ ਹੀ ਉਹਨਾਂ ਦੇ ਬਿਨਾਂ ਕੁਝ ਕੀਤੇ ਤੋਂ ਸਾਡੀ ਸਿੱਖ ਜਥੇਬੰਦੀ ਤਾਂ ਉੱਥੇ ਕੋਈ ਲੈ ਕੇ ਨਹੀਂ ਗਈ, ਕਿਸੇ ਦਾ ਮਜ਼ਾਰਾ ਨਹੀਂ ਲੈ ਕੇ ਗਈ। ਜੇ ਸਾਡੇ ਸਿੱਖ ਉੱਥੇ ਜਾਂਦੇ ਆ ਤਾਂ ਸਿੱਖ ਕਿਸਾਨੀ ਦੇ ਉਹਦੇ ਨਾਰੇ ਤੇ ਗਏ, ਉਹਦੇ ਕਹਿਣ ਤੇ ਗਏ ਆ, ਉਹਦੇ ਤੋਰਨ ਤੇ ਗਏ ਆ। ਅਸੀਂ ਸਿੱਖਾਂ ਵੱਲੋਂ ਕਿਸੇ ਸਿੱਖ ਜਥੇਬੰਦੀ ਨੇ ਨਹੀਂ ਉੱਥੋਂ ਤੱਕ ਲੈ ਕੇ ਗਏ। ਇਸ ਕਰਕੇ ਸਾਨੂੰ ਸਾਰਾ ਕੁਝ ਮੁਫਤ 'ਚ, ਸਾਨੂੰ ਸਾਰਾ ਕੁਝ ਮਿਲ ਰਿਹਾ ਸੀ, ਸਾਰਾ ਕੁਝ ਅਸੀਂ ਕਿਉਂ ਗਵਾਈਏ? ਸਾਰਾ ਕੁਝ ਅਸੀਂ ਸਿੱਖੀ ਦੀ ਐਡੀ ਵੱਡੀ ਜਿਹੜੀ ਚੜ੍ਹਤ ਹੋਈ, ਅਸੀਂ ਕਿਉਂ ਗਵਾਈਏ, ਕਿਉਂ ਨੁਕਸਾਨ ਕਰੀਏ? ਇਹਦੇ ਜੇ ਅਸੀਂ ਸਿਆਸੀ ਲੈਵਲ ਤੇ ਸਮਝਦੇ ਹਾਂ ਕਿ ਸਿਆਸਤ ਕੀ ਹੁੰਦੀ ਹੈ, ਸਿਆਸਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਇਹਦੇ ਚੋਂ ਮਿਨਿਸਟਰੀਆਂ ਲੈਣੀਆਂ ਹੁੰਦੀਆਂ। ਸਿਆਸਤ ਦਾ ਮਤਲਬ ਹੁੰਦਾ ਸਾਡੀ ਰਿਸਪੈਕਟੇਬਿਲਿਟੀ, ਇੱਜ਼ਤ ਨਾਲ ਅਸੀਂ ਇਸ ਦੇਸ਼ ਵਿੱਚ ਕਿਵੇਂ ਰਹਿ ਸਕਦੇ ਹਾਂ, ਜਾਂ ਵਿਦੇਸ਼ਾਂ ਵਿੱਚ ਸਾਨੂੰ ਇੱਜ਼ਤ ਕਿਵੇਂ ਮਿਲਦੀ ਹੈ, ਸਾਡਾ ਕਲਚਰ ਕਿਵੇਂ ਸੇਫ ਹੁੰਦਾ, ਸਾਡੀ ਜਿਹੜੀ ਰਹੁ ਰੀਤੀ ਰਿਵਾਜ ਆ, ਸਾਡਾ ਲੰਗਰ ਹੈ, ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਨਾਂ ਸਾਰਿਆਂ ਦੀ ਇੱਜ਼ਤ ਮਾਣ ਕਿਵੇਂ ਸਨਮਾਨ ਵੱਧਦਾ, ਇਹ ਹੈ ਸਾਡੀ ਮਤਲਬ ਕਿ ਸਾਰੀ ਗੱਲ। ਇਹ ਆਪਣੇ ਆਪ ਵਿੱਚ ਸੱਤਾ ਤੋਂ ਵੀ ਵੱਡੀਆਂ ਗੱਲਾਂ ਛੋਟੀਆਂ ਨਹੀਂ। ਸੱਤਾ ਪਾ ਕੇ ਤਾਂ ਸਾਰੇ ਦੇਖ ਹੀ ਲੈ, ਕਈ ਬੰਦੇ ਸੱਤਾ ਚ ਆ ਕੇ ਸਿੱਖ ਹੁੰਦੇ ਹੋਏ ਵੀ ਫਿਰ ਬਹੁਤ ਬੰਦੇ। ਬਰਨਾਲਾ ਜਿਹੜੇ ਅਸੀਂ ਦੇਖੇ, ਜਿਹੜਾ ਸਰਜੀਤ ਸਿੰਘ ਬਰਨਾਲਾ ਹੁੰਦਾ ਸੀ, ਉਹਦੇ ਵੀ ਅੰਮ੍ਰਿਤਧਾਰੀ ਲਿਖਦਾ ਹੁੰਦਾ, ਕਿਰਪਾਨ ਪਾਈ ਹੁੰਦੀ ਸੀ, ਉਹਦੇ ਸੰਤ ਲੌਂਗੋਵਾਲ ਦੇ ਵੀ ਕਿਰਪਾਨ ਪਾਈ ਹੁੰਦੀ ਸੀ। ਅਸੀਂ ਇਹ ਸਾਰੀ ਗੱਲ ਵੇਖਣੀ ਇਹ ਹੈ ਵੀ ਅਸਲ ਜਿਹੜੀ ਸਿੱਖੀ ਦੀ ਚੜ੍ਹਤ ਹੈ ਉਹ ਕਿਵੇਂ ਹੋਈ ਸੀ ਸਾਰੀ, ਅਸੀਂ ਉਹਨੂੰ ਬਚਾਉਣਾ ਹੈ। ਇਹ ਸਾਡਾ ਫਰਜ਼ ਬਣਦਾ ਹੈ। ਤੇ ਖਾਸ ਕਰਕੇ ਜਿਹੜੀ ਸਾਡੀ ਜਨਰੇਸ਼ਨ ਦੇ ਲੋਕ ਹੈ, ਅਸੀਂ ਹੁਣ ਸਾਰਾ ਕੁਝ ਦੇਖ ਚੁੱਕੇ ਹਾਂ, ਹੰਢਾ ਚੁੱਕੇ ਹਾਂ, ਸਾਡੇ ਤੇ ਜ਼ਿੰਮੇਵਾਰੀ ਬਹੁਤ ਆਉਂਦੀ ਹੈ ਨੌਜਵਾਨਾਂ ਨਾਲੋਂ ਵੀ ਜ਼ਿਆਦਾ। ਤੇ ਅਸੀਂ ਇਸ ਕਰਕੇ ਨੌਜਵਾਨਾਂ ਨੂੰ ਮੈਂ ਦੋਸ਼ ਨਹੀਂ ਦਿੰਦਾ, ਨੌਜਵਾਨਾਂ ਵਿੱਚ ਜਿਹੜੇ ਅਸੀਂ ਇਸ ਗੱਲ ਨੂੰ ਸਾਰੀ ਸਾਡੇ ਸਾਹਮਣੇ ਚੱਲ ਰਹੀ ਸੀ, ਅਸੀਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਵੀ ਇਹ ਗੱਲ ਸਾਡੇ ਲਈ ਠੀਕ ਨਹੀਂ ਹੈ ਇਸ ਮੌਕੇ ਤੇ ਕਰਨੀ। ਅਸੀਂ ਕਦੋਂ ਨਿਸ਼ਾਨ ਸਾਹਿਬ ਦੇ ਖਿਲਾਫ ਹੈ? ਨਿਸ਼ਾਨ ਸਾਹਿਬ ਤੋਂ ਖਿਲਾਫ ਕੋਈ ਅਸੀਂ ਸਾਡੇ ਸਿਰਾਂ ਤੇ ਪੱਗਾਂ ਹੈ, ਅਸੀਂ ਕਿਵੇਂ ਖਿਲਾਫ ਹੋ ਸਕਦੇ ਹਾਂ? ਜਾਂ ਅਸੀਂ ਉਹਦੀ ਬੇਹੁਰਮਤੀ ਕਿਵੇਂ? ਪਰ ਤੁਸੀਂ ਜੇ ਹੁਣ ਪੁਲਿਸ ਦਾ ਸਹਾਰੇ ਛੱਡਿਆ ਹੋਗੇ ਉੱਥੇ ਨਿਸ਼ਾਨ ਸਾਹਿਬ ਫੁਲਾ ਕੇ ਉੱਥੇ ਸਾਰਾ, ਤੇ ਫਿਰ ਇਹ ਤਾਂ ਗੱਲ ਮਾੜੀ ਹੈ, ਗਲਤ ਹੈ। ਸੰਤ ਭਿੰਡਰਾਂ ਵਾਲਿਆਂ ਨੇ ਨਿਸ਼ਾਨ ਸਾਹਿਬ
ਉਹ ਜਿਹੜਾ ਰਾਮਬਾਗ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਉਹ ਬਾਗ ਉੱਥੇ ਚੜਾਇਆ ਸੀਗਾ ਝੰਡਾ, ਤੇ ਉਹਨਾਂ ਨੇ ਮਾਰਚ ਦੇ ਅੱਗੇ ਲੱਗ ਕੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਪਾਰਕ ਚ ਲਾ ਚੱਲੇ ਹੋ ਤੇ ਨਿਸ਼ਾਨ ਸਾਹਿਬ ਤੇ ਇਹਨੂੰ ਕਿਸੇ ਕੋਈ ਪੁੱਟ ਦੇਗਾ। ਉਹ ਕਹਿੰਦੇ ਸਿਰ ਦੇ ਕੇ ਇਹ ਨਿਸ਼ਾਨ ਸਾਹਿਬ ਖੜਾ ਕੀਤਾ ਜਾਂਦਾ, ਸਿਰ ਦੇ ਕੇ ਕੋਈ ਲਾ ਲੇ ਤਾਂ ਠੀਕ ਹੈ। ਫਿਰ ਉਹ ਰਾਖੀ ਰੱਖਣੀ ਪੈਂਦੀ ਹੈ ਸਾਰੀ ਗੱਲ ਦੀ। ਤੇ ਇਸ ਕਰਕੇ ਸਾਡੇ ਤਾਂ ਟ੍ਰੈਡੀਸ਼ਨ ਹੈ, ਅਸੀਂ ਨਿਸ਼ਾਨ ਸਾਹਿਬ ਪਿੱਛੇ ਅਸੀਂ ਕੁਰਬਾਨੀਆਂ ਦਿੰਦੇ, ਅੱਜ ਵੀ ਦਿੰਦੇ, ਕੱਲ ਵੀ ਦੇਵਾਂਗੇ। ਇਸ ਕਰਕੇ ਨਿਸ਼ਾਨ ਸਾਹਿਬ ਦਾ ਅਸੀਂ ਦੁਰਵਰਤੋਂ ਨਹੀਂ ਕਰਨੀ ਵੀ ਐਵੇਂ ਅਸੀਂ ਕਿਸੇ ਬਹਿਕਾਵੇ ਚ ਆ ਕੇ ਨਿਸ਼ਾਨ ਸਾਹਿਬ ਨੂੰ ਤੁਸੀਂ ਐ ਉਹਦੀ ਵਰਤੋਂ ਕਰ ਲਓ ਵੀ ਅੱਜ ਇਹ ਜੀ ਬੜਾ ਅਸੀਂ ਕਰ ਲਾਂਗੇ। ਨਿਸ਼ਾਨ ਸਾਹਿਬ ਦੇ ਲਾਉਣਾ ਦਾ ਮਤਲਬ ਉੱਥੇ ਪਹਿਰਾ ਦਿਓ, ਪਹਿਰਾ ਦੇ ਕੇ ਰਹੋ। ਇਸ ਕਰਕੇ ਇਹ ਸਾਥੋਂ ਸਾਡੇ ਲਈ ਜੇ ਕੋਈ ਦੇਖੋ ਸਮਝੋ ਵੀ ਕੋਈ ਸਰਕਾਰਾਂ ਸਾਥੋਂ ਕੀ ਕਰਵਾ ਰਹੀਆਂ, ਕਿਵੇਂ ਕਰ ਰਹੀਆਂ, ਇਹ ਸਾਨੂੰ ਇਸ ਗੱਲ ਤੋਂ ਧਿਆਨ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ। ਸਿੱਧੂ ਸਾਹਿਬ, ਮੇਰਾ ਆਖਰੀ ਸਵਾਲ ਹੈ, ਹਿੰਦੂ ਰਾਸ਼ਟਰ ਨੂੰ ਲੈ ਕੇ ਹੁਣ ਤੱਕ ਬੜੇ ਬਿਆਨ ਆਏ, ਕਾਂਗਰਸ ਬੀਜੇਪੀ ਦੇ ਉੱਤੇ ਪਲਟਵਾਰ ਕਰਦੀ ਹੈ ਕਿ ਭਗਵਾਂਕਰਨ ਕੀਤਾ ਜਾ ਰਿਹਾ। ਤੁਸੀਂ ਦੱਸੋ ਕਿ ਹਿੰਦੂ ਰਾਸ਼ਟਰ ਦੇ ਵਿੱਚ ਕਾਂਗਰਸ ਤੇ ਬੀਜੇਪੀ ਦਾ ਰੋਲ ਕੀ ਹੈ? ਦੇਖੋ, ਕਾਂਗਰਸ ਦੇ ਹਿੰਦੂ ਰਾਸ਼ਟਰ ਦਾ ਜਿਹੜਾ ਮੁੱਢ ਬੰਨਿਆ ਉਹ ਸਿੱਖਾਂ ਦੇ ਮੋਢਿਆਂ ਤੇ ਕੰਧਿਆਂ ਤੇ ਉਹਨਾਂ ਦੇ, ਉਹ ਸਾਰੀ ਗੱਲ ਤੋਂ ਸਾਡੇ ਲਹੂ ਲਹਾਨ ਚੋਂ ਹੀ ਇਹਨਾਂ ਦਾ ਹਿੰਦੂ ਰਾਸ਼ਟਰ ਦਾ ਜਿਹੜਾ ਮੁੱਢ ਬੰਨਿਆ, ਇਹਦੇ ਚੋਂ ਮੋਦੀ ਨਿਕਲਿਆ। ਮੋਦੀ ਕੋਈ ਐ ਪਾਸੇ ਨਹੀਂ ਆ ਗਿਆ। ਉਹ ਕਾਂਗਰਸ ਨੇ ਜਿਹੜਾ 80-84 ਵਿੱਚ ਜਿਹਦੇ ਚ ਅਸੀਂ ਕੁਰਬਾਨੀਆਂ ਦਿੱਤੀਆਂ, ਉੱਥੋਂ ਹੀ ਨਿਕਲਿਆ ਸਾਰਾ ਕੁਝ। ਇਸ ਕਰਕੇ ਸਾਨੂੰ ਹਿੰਦੂ ਰਾਸ਼ਟਰ ਤੇ ਬੀਜੇਪੀ ਤੇ ਕਾਂਗਰਸ ਚ ਕੋਈ ਫਰਕ ਨਹੀਂ। ਕਾਂਗਰਸ ਚ ਫਰਕ ਇਹ ਹੈ ਵੀ ਹਰ ਸਿਆਸਤ ਬੜੇ ਸੰਭਲ ਕੇ ਕਰਦੇ ਆ, ਤੇ ਮੋਦੀ ਹੁਣ ਨੂੰ ਇਹ ਲੱਗਦਾ ਸੀ ਵੀ ਮੈਂ ਜਿੰਨੀ ਜ਼ੋਰ ਨਾਲ ਮਜ਼ਬੂਤੀ ਦਿਖਾਊਂਗਾ ਉਹਨਾਂ ਵੱਡਾ ਮੈਂ ਛੇਤੀ ਹਿੰਦੂ ਰਾਸ਼ਟਰ ਖੜਾ ਕਰ ਦੂੰਗਾ। ਉਹਦੀ ਇਹ ਸੀਗੀ, ਉਹ ਹਿੰਦੂ ਭਾਵਨਾ ਨੂੰ ਕਾਂਗਰਸ ਵਰਤਦੀ ਹੈ, ਇਹ ਹਿੰਦੂ ਭਾਵਨਾ ਨੂੰ ਤੁਰਤ ਲਾਗੂ ਕਰਕੇ ਇਹ ਹਿੰਦੂ ਰਾਸ਼ਟਰ ਖੜਾ ਕਰਨਾ ਚਾਹੁੰਦੇ ਆ। ਫਰਕ ਸਿਰਫ ਇੰਨਾ ਹੀ ਹੈ, ਦੋਨੋਂ ਹੀ ਹਿੰਦੂ ਭਾਵਨਾ ਨੂੰ ਵਰਤ ਕੇ ਰਾਜ ਕਰਨਾ ਚਾਹੁੰਦੇ ਆ। ਹੁਣ ਇਹ ਜੇ ਹਿੰਦੂ ਰਾਸ਼ਟਰ ਬਣ ਜਾਏਗਾ ਤਾਂ 80% ਹਿੰਦੂਆਂ ਚੋਂ 65% ਹਿੰਦੂ ਗਰੀਬ ਹੈ, 60% ਬਿਲਕੁਲ ਗਰੀਬੀ ਤੋਂ ਥੱਲੇ, 40-50 ਹੋਰ ਸਾਰੀਆਂ ਕਮਿਊਨਿਟੀਆਂ ਨਾਲੋਂ, ਫਿਰਕਿਆਂ ਨਾਲੋਂ ਹਿੰਦੂਆਂ 'ਚ ਜ਼ਿਆਦਾ ਗਰੀਬ ਹੈ। ਤੁਹਾਡੇ ਖਿਆਲ ਜੇ ਹਿੰਦੂ ਰਾਸ਼ਟਰ ਬਣ ਜੂ ਤੇ ਉਹ ਕਿਤੇ ਦੁਨੀਆ ਵਿੱਚ ਮਹਿਲ ਉਸਰ ਜਾਣਗੇ ਉਹਨਾਂ ਗਰੀਬਾਂ ਲਈ? ਉਹੀ ਬੁਰਾ ਹਾਲ ਹੋਏਗਾ ਉਹਨਾਂ ਦਾ, ਉਦੋਂ ਭੈੜਾ ਬੁਰਾ ਹਾਲ ਹੋਏਗਾ। ਇਹ ਸਿਰਫ ਸੱਤਾ ਦੇ ਡਰਾਮੇ ਆ, ਉਹ ਸੱਤਾ ਦੇ ਡਰਾਮੇ ਆ ਜਿਹੜੇ ਇਹ ਹਿੰਦੂ ਰਾਸ਼ਟਰ ਬਣਾ ਰਹੇ ਆ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ, ਇਹ ਉੱਪਰਲੀ ਥੋੜੀ ਜਿਹੀ ਸੱਤਾ ਹੈ ਜਿਹੜੀ 10-15% ਉੱਪਰਲਾ ਜਿਹੜੀ ਸੱਤਾ ਹੈ ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੀ ਆ। ਬਾਕੀ ਤਾਂ ਸਾਰਾ ਕਮਿਊਨਿਸਟ ਵੀ ਉਹਨਾਂ ਚੋਂ ਹੈ, ਨਕਸਲਵਾੜੀ ਵੀ ਉਹਨਾਂ ਚੋਂ ਹੈ, ਤੇ ਗਰੀਬ ਵੀ ਉਹਨਾਂ ਚੋਂ ਹੈ, ਕਿਸਾਨ ਵੀ ਉਹਨਾਂ ਚੋਂ ਹੈ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਦੇ, ਕਿਸਾਨੀ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ। ਇਸ ਕਰਕੇ ਸਾਨੂੰ ਹਿੰਦੂ ਰਾਸ਼ਟਰ ਬਾਰੇ ਵੀ ਕਲੀਅਰ ਹੋਣਾ ਚਾਹੀਦਾ। ਇਹ ਕੋਈ ਇੱਥੇ ਕੋਈ ਗੋਲਡਨ ਨਹੀਂ ਹੋ ਜਾਏਗਾ ਵੀ ਸੋਨੇ ਦੀ ਚਿੜੀਆ ਇੰਡੀਆ ਬਣ ਜਾਏਗਾ ਮੁੜ ਕੇ। ਇਹ ਉਹੀ ਗਰੀਬਾਂ ਦੇ ਕੰਧਿਆਂ ਤੇ, ਉਹਨਾਂ ਦੇ ਮੋਢਿਆਂ ਉੱਤੇ ਸਿਆਸਤ ਖੇਡੀ ਜਾ ਰਹੀ ਹੈ। ਤੇ ਖਾਸ ਕਰਕੇ ਸਭ ਤੋਂ ਜ਼ਿਆਦਾ ਗਰੀਬ ਇਸ ਦੇਸ਼ ਦੇ ਵਿੱਚ ਹਿੰਦੂ ਹੈ, ਵੱਡੀ ਗਿਣਤੀ 'ਚ ਹਿੰਦੂ ਹੈ। 60 ਕਰੋੜ ਇੱਥੇ ਹਿੰਦੂ, ਬਹੁਤ ਗਰੀਬ ਤੇ ਭੁੱਖਾ ਮਰਦਾ ਹਿੰਦੂ ਹੈ। ਇਸ ਕਰਕੇ ਸਾਨੂੰ ਇਹਦਾ ਕਲੀਅਰ ਇਹ ਵੀ ਹੋਣਾ ਚਾਹੀਦਾ। ਬਿਲਕੁਲ ਬਿਲਕੁਲ, ਠੀਕ ਹੈ। ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ। ਬੜੇ ਵਿਸਥਾਰ ਦੇ ਨਾਲ, ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ, ਖਾਲਿਸਤਾਨ, ਹਿੰਦੂ ਰਾਸ਼ਟਰਵਾਦ, ਇਸ ਸਭ ਦੇ ਮਾਇਨੇ ਕੀ ਨੇ, ਇਸ ਸਮੇਂ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਖੇਡੀ ਗਈ, ਕਿਸ ਤਰ੍ਹਾਂ ਖੇਡੀ ਜਾਣੀ ਹੈ। ਸਤਰਕ ਰਹਿਣ ਦੀ ਲੋੜ ਹੈ, ਸਮਝਣ ਦੀ ਜ਼ਰੂਰਤ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।